ਵੈਲਕਮ ਬੱਚਿਓ ਅੱਜ ਦਾ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਕੁਝ ਲਾਈਨਾਂ ਮੇਰਾ ਮਿੱਤਰ ਲੇਖ ਦੀਆਂ ਪੜਾਂਗੇ। ਤਾਂ ਅਸੀਂ ਪਹਿਲਾਂ ਪੜ੍ਹਿਆ ਹੀ ਹੋਇਆ ਹੈ ਕਿ ਸ਼ੁਰੂ ਕਰਦੇ ਹਾਂ ਕਿ ਰਾਮ ਮੇਰਾ ਮਿੱਤਰ ਹੈ। ਰਾਮ 8ਵੀਂ ਜਮਾਤ ਵਿੱਚ ਪੜ੍ਹਦਾ ਹੈ। ਰਾਮ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ। ਰਾਮ ਦੇ ਪਿਤਾ ਜੀ ਇੱਕ ਡਾਕਟਰ ਹਨ। ਰਾਮ ਦੇ ਮਾਤਾ ਜੀ ਇੱਕ ਅਧਿਆਪਕ ਹਨ। ਤਾਂ ਬੱਚੋ ਤੁਸੀਂ ਇੱਥੇ ਦੇਖਿਆ ਹੋਵੇਗਾ ਕਿ ਵਾਰ-ਵਾਰ ਰਾਮ ਸ਼ਬਦ ਜਿਹੜਾ ਹੈ ਉਹ ਸਹੀ ਨਹੀਂ ਲੱਗ ਰਿਹਾ। ਤਾਂ ਅਸੀਂ ਕੀ ਕਰਦੇ ਹੁੰਦੇ ਆ ਕਿ ਇੱਕ ਵਾਰ ਰਾਮ ਬੋਲ ਕੇ ਉਸ ਤੋਂ ਬਾਅਦ ਅਸੀਂ ਉਹ 8ਵੀਂ ਜਮਾਤ ਵਿੱਚ ਪੜ੍ਹਦਾ ਇਸ ਤਰ੍ਹਾਂ ਦੇ ਸ਼ਬਦ ਅਸੀਂ ਵਰਤੋਂ ਵਿੱਚ ਲਿਆਉਂਦੇ ਹਾਂ। ਹੁਣ ਜਿਹੜਾ ਉਹ ਸ਼ਬਦ ਜਦੋਂ ਵਰਤਦੇ ਹਾਂ ਔਰ ਉਹ ਸ਼ਬਦ ਅਸੀਂ ਰਾਮ ਵਾਸਤੇ ਵਰਤਦੇ ਹਾਂ, ਕਿਉਂਕਿ ਰਾਮ ਸ਼ਬਦ ਵਾਰ-ਵਾਰ ਨਾ ਵਰਤਣਾ ਪਵੇ, ਇਸ ਲਈ ਅਸੀਂ ਇਹ ਸ਼ਬਦ ਉਹ ਸ਼ਬਦ ਜਿਹੜਾ ਹੈ ਉਹ ਵਰਤ ਲੈਂਦੇ ਹਾਂ। ਅਤੇ ਉਹ ਸ਼ਬਦ ਕਿਹਦੇ ਵਾਸਤੇ ਵਰਤਿਆ ਗਿਆ ਹੈ? ਨਾਮ ਜਿਹੜਾ ਰਾਮ ਹੈ ਉਹ ਇੱਕ ਨਾਮ ਹੈ, ਖਾਸ ਨਾਮ ਦੀ ਕਿਸਮ ਵਿੱਚ ਆਉਂਦਾ ਹੈ। ਤਾਂ ਨਾਮ ਦੀ ਥਾਂ 'ਤੇ ਜਿਹੜਾ ਸ਼ਬਦ ਅਸੀਂ ਵਰਤਿਆ ਹੈ ਉਹ ਇਸ ਤਰ੍ਹਾਂ ਦੇ ਕਈ ਸ਼ਬਦ ਹੋਰ ਹੁੰਦੇ ਹਨ। ਆਪ ਜੀ, ਉਹ, ਇਹ, ਇਸ ਤਰ੍ਹਾਂ ਦੇ ਜਿੰਨੇ ਵੀ ਸ਼ਬਦ ਹੁੰਦੇ ਹਨ ਜੋ ਨਾਮ ਦੀ ਥਾਂ 'ਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਅਸੀਂ ਪੜਨਾਮ ਕਹਿੰਦੇ ਹਾਂ। ਤਾਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ। ਅਸੀਂ ਸਾਰਥਕ ਸ਼ਬਦਾਂ ਦੀਆਂ ਕਿਸਮਾਂ ਕਰ ਰਹੇ ਸੀ ਜਿਹੜੇ ਕਿ ਸ਼ਬਦ ਭੇਦ ਵਿੱਚ ਆਉਂਦੇ ਨੇ। ਵਿਆਕਰਨ ਭਾਗ ਵਿੱਚ ਸ਼ਬਦ ਭੇਦ ਜਦੋਂ ਸ਼ਬਦ ਬੋਧ ਅਸੀਂ ਪੜ੍ਹਦੇ ਹਾਂ ਉਸ ਵਿੱਚ ਸਾਰਥਕ ਅਤੇ ਨਿਰਾਰਥਕ ਸ਼ਬਦਾਂ ਵਿੱਚ ਸਾਰਥਕ ਸ਼ਬਦਾਂ ਦੀਆਂ ਕਿਸਮਾਂ ਵਿੱਚ 8 ਆਉਂਦੇ ਹਨ। ਅਤੇ ਅਸੀਂ ਪਿਛਲੇ ਪੜ੍ਹ ਚੁੱਕੇ ਹਾਂ। ਪਿਛਲੇ ਲੈਸਨ ਵਿੱਚ ਨਾਮ ਤੋਂ ਕੀ ਭਾਵ ਹੈ ਇਸ ਦੀਆਂ ਕਿਸਮਾਂ ਵੀ ਪੜ੍ਹ ਚੁੱਕੇ ਹਾਂ। ਇਸ ਨਾਲ ਸੰਬੰਧਿਤ ਤੁਹਾਡਾ ਟੈਸਟ ਵੀ ਹੋ ਚੁੱਕਿਆ ਹੈ। ਤਾਂ ਅੱਜ ਅਸੀਂ ਹੁਣ ਅਗਲੀ ਕਿਸਮ ਜਿਹੜੀ ਹੈ ਪੜਨਾਮ ਦੀ ਉਹ ਸ਼ੁਰੂ ਕਰਾਂਗੇ। ਤਾਂ ਪੜਨਾਮ ਜਿਹੜਾ ਹੈ ਉਹ ਅਸੀਂ ਅੱਜ ਸ਼ੁਰੂ ਕਰਦੇ ਹਾਂ। ਪਹਿਲਾਂ ਇਸ ਦੀ ਅਸੀਂ ਪਰਿਭਾਸ਼ਾ ਪੜ੍ਹਦੇ ਹਾਂ। ਪਹਿਲਾਂ ਵੈਸੇ ਬੱਚੋ ਤੁਸੀਂ ਪੜਨਾਮ ਬਾਰੇ ਪਿਛਲੀਆਂ ਜਮਾਤਾਂ 'ਚ ਪੜ੍ਹ ਚੁੱਕੇ ਹੋ ਗਏ, ਪਰ ਦੁਬਾਰਾ ਅਸੀਂ ਥੋੜ੍ਹਾ ਜਿਹਾ ਇਸ ਨੂੰ ਫਿਰ ਤੋਂ ਪੜ੍ਹਦੇ ਹਾਂ। ਪਰਿਭਾਸ਼ਾ ਇਸ ਦੀ ਇਹ ਹੈ ਕਿ ਜਿਹੜਾ ਸ਼ਬਦ ਨਾਮ ਸ਼ਬਦ ਦੀ ਥਾਂ 'ਤੇ ਵਰਤਿਆ ਜਾਵੇ ਉਸ ਨੂੰ ਪੜਨਾਮ ਕਿਹਾ ਜਾਂਦਾ ਹੈ। ਜਿਵੇਂ ਮੈਂ, ਅਸੀਂ, ਤੁਸੀਂ, ਉਹ। ਤਾਂ ਇਸ ਤੋਂ ਬੱਚਿਓ ਬਿਲਕੁਲ ਸਾਫ਼ ਹੈ ਕਿ ਵਾਰ-ਵਾਰ ਜਦੋਂ ਨਾਮ ਦੀ ਅਸੀਂ ਵਰਤੋਂ ਨਹੀਂ ਕਰਦੇ ਹਾਂ ਤਾਂ ਨਾਮ ਦੀ ਥਾਂ 'ਤੇ ਅਸੀਂ ਇੱਕ ਹੋਰ ਸ਼ਬਦ ਜਿਹੜੇ ਲਾਉਂਦੇ ਹਾਂ। ਕੋਈ ਵੀ ਸ਼ਬਦ ਆਉਂਦਾ ਜਿਹੜਾ ਕਿ ਨਾਮ ਦੀ ਥਾਂ 'ਤੇ ਆਉਂਦਾ ਹੈ। ਨਾਮ ਨੂੰ ਉਸ ਤੋਂ ਸਾਨੂੰ ਕਿਸੇ ਨਾਮ ਦੇ ਜਿਹੜਾ ਗਿਆਨ ਪ੍ਰਾਪਤ ਹੁੰਦਾ ਹੈ ਉਸ ਸ਼ਬਦ ਨੂੰ ਅਸੀਂ ਪੜਨਾਮ ਕਹਿੰਦੇ ਹਾਂ। ਤਾਂ ਇਸ ਤਰ੍ਹਾਂ ਤੁਹਾਨੂੰ ਪੜਨਾਮ ਦਾ ਪਤਾ ਲੱਗ ਗਿਆ ਹੋਣਾ ਹੈ ਕਿ ਪੜਨਾਮ ਸ਼ਬਦ। ਹੁਣ ਅੱਗੇ ਇਸ ਦੀਆਂ ਕਿਸਮਾਂ ਪੜ੍ਹਾਂਗੇ। ਜਿਹੜੀ ਪੜਨਾਮ ਦੀਆਂ ਕਿਸਮਾਂ ਹਨ, ਪੜਨਾਮ ਦੀਆਂ ਕਿਸਮਾਂ ਦੀ ਗੱਲ ਕਰੀਏ ਤਾਂ ਇਸ ਦੀਆਂ 6 ਕਿਸਮਾਂ ਹਨ। ਪਹਿਲੇ ਹੈ ਪੁਰਖਵਾਚਕ ਪੜਨਾਮ, ਦੂਸਰਾ ਹੈ ਨਿਜਵਾਚਕ ਪੜਨਾਮ, ਤੀਸਰਾ ਨਿਸ਼ਚੈਵਾਚਕ ਪੜਨਾਮ, ਚੌਥਾ ਅਨਿਸ਼ਚੈਵਾਚਕ ਪੜਨਾਮ, ਉਸ ਤੋਂ ਅੱਗੇ ਸੰਬੰਧਵਾਚਕ ਪੜਨਾਮ ਅਤੇ ਅਖੀਰ ਵਿੱਚ ਹੈ ਪ੍ਰਸ਼ਨਵਾਚਕ ਪੜਨਾਮ। ਇੱਕ ਇੱਕ ਕਰਕੇ ਅਸੀਂ ਇਹਨਾਂ ਸਾਰਿਆਂ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾਂ ਆਉਂਦਾ ਹੈ ਪੁਰਖਵਾਚਕ ਪੜਨਾਮ। ਇਸ ਦੀ ਪਰਿਭਾਸ਼ਾ ਹੈ ਜਿਹੜੇ ਸ਼ਬਦ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਦੇ ਨਾਂ ਦੀ ਥਾਂ 'ਤੇ ਵਰਤਦੇ ਹਾਂ ਉਹਨਾਂ ਨੂੰ ਪੁਰਖਵਾਚਕ ਪੜਨਾਮ ਕਿਹਾ ਜਾਂਦਾ ਹੈ। ਜਿਵੇਂ ਮੈਂ, ਤੁਸੀਂ, ਉਹ। ਇਸ ਤਰ੍ਹਾਂ ਜਿਹੜੇ ਸ਼ਬਦ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਦੇ ਲਈ ਵਰਤਦੇ ਹਾਂ। ਹੁਣ ਬੱਚੋ ਜਦੋਂ ਵਾਕ ਵਿੱਚ ਜਦੋਂ ਵੀ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਤਾਂ ਇੱਕ ਤਾਂ ਹੁੰਦਾ ਜਿਹੜਾ ਗੱਲਬਾਤ ਕਰ ਰਿਹਾ ਹੈ, ਇੱਕ ਹੁੰਦਾ ਕਿ ਜਿਹਦੇ ਨਾਲ ਗੱਲ ਕੀਤੀ ਜਾ ਰਹੀ ਹੈ, ਅਤੇ ਤੀਸਰਾ ਵਿਅਕਤੀ ਉਹ ਹੁੰਦਾ ਹੈ ਜਿਹਦੇ ਬਾਰੇ ਵਿੱਚ ਗੱਲ ਕੀਤੀ ਜਾ ਰਹੀ ਹੈ, ਜਿਹੜਾ ਕਿ ਉੱਥੇ ਹਾਜ਼ਰ ਨਹੀਂ ਹੁੰਦਾ। ਦੋ ਤਾਂ ਹਾਜ਼ਰ ਹੁੰਦੇ ਹਨ, ਇੱਕ ਜਿਹੜਾ ਗੱਲ ਕਰ ਰਿਹਾ ਹੈ, ਇੱਕ ਜਿਸ ਨਾਲ ਗੱਲ ਕੀਤੀ ਜਾ ਰਹੀ ਹੈ। ਤਾਂ ਜਿਹੜਾ ਤੀਸਰਾ ਵਿਅਕਤੀ ਹੁੰਦਾ ਹੈ ਉਹ ਉੱਥੇ ਹਾਜ਼ਰ ਨਹੀਂ ਹੁੰਦਾ। ਤਾਂ ਇਸ ਤਰ੍ਹਾਂ ਜਿਹੜਾ ਪੁਰਖਵਾਚਕ ਪੜਨਾਮ ਹੈ ਉਸ ਨੂੰ ਅੱਗੇ ਉੱਤਮ ਪੁਰਖ, ਮੱਧਮ ਪੁਰਖ ਅਤੇ ਅਨਯ ਪੁਰਖ ਵਿੱਚ ਵੰਡ ਦਿੱਤਾ ਗਿਆ ਹੈ। ਉੱਤਮ ਪੁਰਖ ਉਹ ਹੁੰਦਾ ਹੈ ਜਿਹੜਾ ਕਿ ਵਾਕ ਵਿੱਚ ਗੱਲ ਕਰ ਰਿਹਾ ਹੁੰਦਾ ਹੈ। ਗੱਲ ਕਰਨ ਵਾਲੇ ਨੂੰ ਅਸੀਂ ਉੱਤਮ ਪੁਰਖ ਕਹਿੰਦੇ ਹਾਂ। ਜਿਵੇਂ ਇੰਗਲਿਸ਼ ਵਿੱਚ ਜਿਸ ਨੂੰ ਅਸੀਂ ਫਸਟ ਪਰਸਨ ਕਹਿੰਦੇ ਹਾਂ। ਜਿਵੇਂ ਮੈਂ, ਮੈਨੂੰ, ਅਸੀਂ। ਕਿਉਂਕਿ ਇੱਕ ਹੋਏਗਾ ਤਾਂ ਮੈਂ, ਜੇਕਰ ਇੱਕ ਤੋਂ ਵੱਧ ਨੇ ਤਾਂ ਅਸੀਂ ਉੱਤਮ ਪੁਰਖ ਵਿੱਚ ਆ ਜਾਂਦੇ ਹਨ। ਉਸ ਤੋਂ ਬਾਅਦ ਮੱਧਮ ਪੁਰਖ, ਜਿਸ ਪੁਰਖ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਜਿਹੜਾ ਕਿ ਜਿਸ ਨਾਲ ਗੱਲ ਕੀਤੀ ਜਾ ਰਹੀ ਜਿਹੜਾ ਕਿ ਉੱਥੇ ਹਾਜ਼ਰ ਹੈ। ਅਤੇ ਗੱਲ
ਆਮਣੇ ਸਾਹਮਣੇ ਵੀ ਹੋ ਸਕਦੀ ਹੈ ਅਤੇ ਫੋਨ 'ਤੇ ਵੀ ਹੋ ਸਕਦੀ ਹੈ। ਕਿਸੇ ਤਰ੍ਹਾਂ ਵੀ ਆਪਾਂ ਗੱਲ ਕਰਦੇ ਹਾਂ ਜਾਂ ਅਸੀਂ ਲਿਖ ਕੇ ਵੀ ਗੱਲ ਕੀਤੀ ਜਾ ਸਕਦੀ ਹੈ। ਜਿਸ ਨਾਲ ਗੱਲ ਕੀਤੀ ਜਾਵੇ ਉਹ ਮੱਧਮ ਪੁਰਖ ਹੁੰਦਾ ਹੈ, ਅਤੇ ਅੰਨ੍ਹੇ ਪੁਰਖ ਉਹ ਹੁੰਦਾ ਹੈ ਜਿਹੜਾ ਕਿ ਉੱਥੇ ਹਾਜ਼ਰ ਨਹੀਂ ਹੈ, ਨਾ ਹੀ ਸੁਣ ਰਿਹਾ ਹੈ, ਨਾ ਹੀ ਕਹਿ ਰਿਹਾ ਹੈ, ਪਰ ਉਸ ਬਾਰੇ ਜ਼ਿਕਰ ਕੀਤਾ ਜਾ ਰਿਹਾ ਹੈ। ਗੱਲ ਜਿਹੜੀ ਹੋ ਰਹੀ ਹੈ ਉਸ ਵਿੱਚ ਉਸ ਬਾਰੇ ਵੀ ਕੁਝ ਨਾ ਕੁਝ ਕਿਹਾ ਗਿਆ ਹੈ, ਤਾਂ ਉਹ ਤੀਸਰਾ ਜਿਹੜਾ ਹੁੰਦਾ ਹੈ ਉਹ ਅੰਨ੍ਹੇ ਪੁਰਖ ਹੁੰਦਾ ਹੈ। ਇਹ ਜਿਹੜੀ ਪਹਿਲੀ ਕਿਸਮ ਹੈਗੀ ਹੈ। ਇਸ ਤੋਂ ਬਾਅਦ ਦੂਸਰੀ ਕਿਸਮ ਪੜਨਾਮ ਦੀ ਆਉਂਦੀ ਹੈ ਨਿੱਜਵਾਚਕ ਪੜਨਾਮ। ਦੂਸਰੀ ਕਿਸਮ ਨਿੱਜਵਾਚਕ ਪੜਨਾਮ। ਇਸ ਦੀ ਪਰਿਭਾਸ਼ਾ ਜਿਹੜਾ ਸ਼ਬਦ ਕਰਤਾ ਦੇ ਨਾਲ ਆ ਕੇ ਉਸ ਵਾਕ ਦੇ ਕਰਤਾ ਦੀ ਥਾਂ ਵਰਤਿਆ ਜਾਵੇ ਉਸ ਨੂੰ ਨਿੱਜਵਾਚਕ ਪੜਨਾਮ ਕਿਹਾ ਜਾਂਦਾ ਹੈ। ਦੁਬਾਰਾ ਫਿਰ ਦੇਖ ਲਓ ਕਿ ਜਿਹੜਾ ਸ਼ਬਦ ਕਰਤਾ ਦੇ ਨਾਲ ਆ ਕੇ ਉਸ ਵਾਕ ਦੇ ਕਰਤਾ ਦੀ ਥਾਂ 'ਤੇ ਵਰਤਿਆ ਜਾਵੇ ਉਸ ਨੂੰ ਨਿੱਜਵਾਚਕ ਪੜਨਾਮ ਕਹਿੰਦੇ ਹਨ। ਕੁਝ ਉਦਾਹਰਨਾਂ ਲਿਖੀਆਂ ਗਈਆਂ ਹਨ, ਜਿਵੇਂ ਮੈਂ ਆਪ ਉਸ ਨੂੰ ਸਮਝਾਇਆ। ਜਿਹੜਾ ਆਪ ਸ਼ਬਦ ਹੈ ਉਹ ਕਰਤਾ ਦੇ ਨਾਲ ਆਇਆ ਹੈ। ਕਰਤਾ ਹੁੰਦਾ ਹੈ ਸਬਜੈਕਟ, ਜਿਹੜਾ ਕਿ ਕੰਮ ਕਰ ਰਿਹਾ ਹੁੰਦਾ ਹੈ। ਹੁਣ ਇੱਥੇ ਕੰਮ ਕੌਣ ਕਰ ਰਿਹਾ ਹੈ? ਮੈਂ। ਜਿਹੜਾ ਮੈਂ ਸ਼ਬਦ ਹੈ ਉਹ ਕੰਮ ਕਰ ਰਿਹਾ ਸਬਜੈਕਟ ਹੈ, ਅਤੇ ਸਬਜੈਕਟ ਦੇ ਨਾਲ ਆ ਗਿਆ ਸ਼ਬਦ ਆਪ, ਅਤੇ ਜਿਹੜਾ ਆਪ ਸ਼ਬਦ ਹੈ ਉਹ ਨਿੱਜਵਾਚਕ ਪੜਨਾਮ ਹੈ। ਇਸ ਤਰ੍ਹਾਂ ਮੁੰਡੇ ਆਪਸ ਵਿੱਚ ਲੜਦੇ ਹਨ। ਮੁੰਡੇ ਜਿਹੜਾ ਹੈ ਇਹ ਇੱਕ, ਇਸ ਦੇ ਨਾਲ ਮੁੰਡੇ ਜਿਹੜਾ ਇਹ ਸਬਜੈਕਟ ਹੈ, ਇਹ ਇੱਕ ਕਰਤਾ ਹੈ। ਮੁੰਡੇ ਜਿਹੜੇ ਲੜ ਰਹੇ ਹਨ ਉਹ ਕਰਤਾ ਹਨ, ਅਤੇ ਉਸ ਦੇ ਨਾਲ ਜਿਹੜਾ ਸ਼ਬਦ ਆ ਗਿਆ ਆਪਸ, ਜਿਹੜਾ ਕਿ ਨਾਮ ਦੀ ਥਾਂ 'ਤੇ ਵਰਤਿਆ ਗਿਆ ਹੈ, ਉਹ ਜਿਹੜਾ ਹੈ ਉਹ ਨਿੱਜਵਾਚਕ ਪੜਨਾਮ ਹੈ। ਤਾਂ ਇਸ ਤਰ੍ਹਾਂ ਦੂਸਰੀ ਕਿਸਮ ਹੋ ਗਈ ਨਿੱਜਵਾਚਕ ਪੜਨਾਮ। ਉਸ ਤੋਂ ਅੱਗੇ ਅਸੀਂ ਪੜਨਾਮ ਦੀ ਤੀਜੀ ਕਿਸਮ ਪੜਾਂਗੇ। ਤੀਸਰੀ ਕਿਸਮ ਹੁੰਦੀ ਹੈ ਨਿਸ਼ਚੈਵਾਚਕ ਪੜਨਾਮ। ਜਿਹੜਾ ਪੜਨਾਮ ਕਿਸੇ ਦੂਰ ਜਾਂ ਨੇੜੇ ਦੀ ਦਿਸਦੀ ਚੀਜ਼ ਵੱਲ ਇਸ਼ਾਰਾ ਕਰਕੇ ਉਸ ਦੇ ਨਾਂ ਦੀ ਹੀ ਥਾਂ 'ਤੇ ਵਰਤੇ ਜਾਣ ਉਸ ਨੂੰ ਨਿਸ਼ਚੈਵਾਚਕ ਪੜਨਾਮ ਕਿਹਾ ਜਾਂਦਾ ਹੈ। ਕੁਝ ਵਸਤੂ ਹੈ, ਕਿਸੇ ਵੀ ਤਰ੍ਹਾਂ ਦੀ ਕੁਝ ਵੀ ਹੈ ਜਿਹੜਾ ਕਿ ਇੱਕ ਨਾਮ ਹੈ, ਕੁਝ ਵੀ ਹੈ ਪਰ ਉਹ ਹੈ ਨਾਮ। ਉਹ ਉਸ ਵੱਲ ਇਸ਼ਾਰਾ ਕਰਕੇ ਉਹ ਦੇਖ ਰਿਹਾ ਨੇੜੇ ਹੈ ਜਾਂ ਦੂਰ ਹੈ, ਕਿਉਂਕਿ ਉਸ ਵੱਲ ਇਸ਼ਾਰਾ ਕੀਤਾ ਜਾ ਰਿਹਾ ਹੈ। ਉਸ ਬਾਰੇ ਪੂਰਨ ਗਿਆਨ ਹੈ, ਪੂਰਵਕ ਗਿਆਨ ਹੈ, ਨਿਸ਼ਚੈ ਪੂਰਵਕ ਉਹਨੂੰ ਗਿਆਨ ਹੈ ਕਿ ਉਹ, ਅਤੇ ਉਸ ਬਾਰੇ ਇਸ਼ਾਰਾ ਕਰਕੇ ਦੱਸਿਆ ਜਾਂਦਾ ਹੈ, ਤਾਂ ਉਸ ਨੂੰ ਅਸੀਂ ਨਿਸ਼ਚੈਵਾਚਕ ਪੜਨਾਮ ਕਹਿੰਦੇ ਹਾਂ। ਜਿਵੇਂ ਇਸ ਦੀ ਉਦਾਹਰਨਾਂ ਲਿਖੀਆਂ ਗਈਆਂ ਹਨ। ਆਹ ਕੁਝ ਬਣ ਰਿਹਾ ਹੈ। ਇਸ ਬਾਰੇ ਕਿਸੇ ਸਥਾਨ ਬਾਰੇ ਇਸ਼ਾਰੇ ਨਾਲ ਕਿਹਾ ਜਾ ਰਿਹਾ ਹੈ ਕਿ ਉਹ ਕੁਝ ਬਣ ਰਿਹਾ ਹੈ, ਕਿ ਉਹ ਕੁਝ ਬਣ ਰਿਹਾ ਹੈ। ਕੁਝ ਨਾ ਕੁਝ ਬਿਲਡਿੰਗ ਬਣ ਰਹੀ ਹੈ, ਹਸਪਤਾਲ ਬਣ ਰਿਹਾ ਹੈ, ਸਕੂਲ ਬਣ ਰਿਹਾ ਹੈ, ਕੁਝ ਨਾ ਕੁਝ ਬਣ ਰਿਹਾ ਹੈ, ਘਰ ਬਣ ਰਿਹਾ ਹੈ, ਪਰ ਜੋ ਵੀ ਬਣ ਰਿਹਾ ਹੈ ਉਹ ਨਾਮ ਹੈ। ਇਹ ਤਾਂ ਪੱਕਾ ਪਤਾ ਹੈ ਕਿ ਉਹ ਨਾਮ ਹੈ, ਅਤੇ ਨਾਮ ਦੀ ਥਾਂ 'ਤੇ ਅਸੀਂ ਕੀ ਸ਼ਬਦ ਵਰਤ ਦਿੱਤਾ? ਉਹ। ਤਾਂ ਇਸ ਤਰ੍ਹਾਂ ਇਹ ਬੜਾ ਹਾਜ਼ਰ ਜਵਾਬ ਹੈ। ਇਹ ਹੁਣ ਜਿਹੜਾ ਇਹ ਹੈ ਇਹ ਕਿਸੇ ਬੱਚੇ ਵਾਸਤੇ, ਵਿਅਕਤੀ ਵਾਸਤੇ, ਔਰਤ ਵਾਸਤੇ, ਕਿਸੇ ਵਾਸਤੇ ਵੀ ਵਰਤਿਆ ਗਿਆ ਸ਼ਬਦ ਹੈ ਕਿ ਉਹ ਹਾਜ਼ਰ ਜਵਾਬ ਹੈ। ਉਹ ਤਾਂ ਜਿਹੜਾ ਇਹ ਸ਼ਬਦ ਹੈ ਉਹ ਨਾਮ ਦੀ ਥਾਂ 'ਤੇ ਵਰਤਿਆ ਗਿਆ ਹੈ। ਤਾਂ ਇਹ ਜਿਹੜਾ ਹੈ ਨਿਸ਼ਚੈ ਨਾਲ ਗੱਲ ਕਹੀ ਜਾ ਰਹੀ ਹੈ, ਕਿਉਂਕਿ ਇਸ ਬਾਰੇ ਨਿਸ਼ਚੈ ਪੂਰਵਕ ਗਿਆਨ ਹੈ, ਤਾਂ ਇਸ ਨੂੰ ਅਸੀਂ ਨਿਸ਼ਚੈਵਾਚਕ ਪੜਨਾਮ ਦੀ ਸ਼੍ਰੇਣੀ ਵਿੱਚ ਰੱਖਦੇ ਹਾਂ। ਤਾਂ ਉਸ ਤੋਂ ਅੱਗੇ ਪੜਨਾਮ ਦੀ ਜਿਹੜੀ ਕਿਸਮ ਹੈ ਉਹ ਹੈ ਅਨਿਸ਼ਚੈਵਾਚਕ। ਚੌਥੇ ਨੰਬਰ 'ਤੇ ਆਉਂਦੀ ਹੈ ਅਨਿਸ਼ਚੈਵਾਚਕ। ਜਿਹੜੇ ਪੜਨਾਮ ਸ਼ਬਦਾਂ ਤੋਂ ਕਿਸੇ ਵਿਅਕਤੀ, ਵਸਤੂ, ਸਥਾਨ ਦਾ ਨਿਸ਼ਚੈ ਪੂਰਵਕ ਗਿਆਨ ਨਾ ਹੋਵੇ ਉਸ ਨੂੰ ਅਨਿਸ਼ਚੈਵਾਚਕ ਪੜਨਾਮ ਕਿਹਾ ਜਾਂਦਾ ਹੈ। ਇਸ ਤੋਂ ਪਹਿਲਾਂ ਸੀ ਜਿਹੜਾ ਉਸ ਵਿੱਚ ਇਹ ਸੀ ਬੱਚਿਓ ਕਿ ਉਸ ਬਾਰੇ ਨਿਸ਼ਚੈ ਪੂਰਵਕ ਗਿਆਨ ਹੁੰਦਾ ਹੈ, ਤਾਂ ਅਸੀਂ ਇਸ਼ਾਰੇ ਨਾਲ ਕਹਿ ਸਕਦੇ ਹਾਂ ਕਿ ਉਹ ਕੀ ਹੈ, ਉਹ ਕੀ ਬਣ ਰਿਹਾ ਹੈ। ਇਸ ਤਰ੍ਹਾਂ ਦੇ ਅਤੇ ਜੋ ਵੀ ਸ਼ਬਦ ਸੀ ਉਹ ਹਾਜ਼ਰ ਜਵਾਬ ਹੈ ਪੜ੍ਹਿਆ ਸੀ। ਤਾਂ ਇਸ ਵਿੱਚ ਕੀ ਹੈ, ਉਸ ਦੇ ਉਲਟ ਹੈ ਕਿ ਇਸ ਵਿੱਚ ਨਿਸ਼ਚੈ ਪੂਰਵਕ ਗਿਆਨ ਨਾ ਹੋਵੇ, ਉਸ ਬਾਰੇ ਗਿਆਨ ਨਹੀਂ ਹੈ। ਜਿਹੜੇ ਨਾਮ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਬਾਰੇ ਸਾਨੂੰ ਗਿਆਨ ਨਹੀਂ ਹੈ, ਪਰ ਅਸੀਂ ਉੱਥੇ ਸ਼ਬਦ ਕੋਈ ਨਾ ਕੋਈ ਵਰਤ ਰਹੇ ਹਾਂ। ਜਿਵੇਂ ਕਿ ਕੋਈ ਗੀਤ ਗਾ ਰਿਹਾ ਹੈ, ਉਦਾਹਰਨ 'ਚ ਲਿਖਿਆ ਹੈ ਕਿ ਕੋਈ ਗੀਤ ਗਾ ਰਿਹਾ ਹੈ। ਹੁਣ ਇਹ ਕਨਫਰਮ ਹੈ, ਇਹ ਪਤਾ ਹੈ ਕਿ ਕੋਈ ਨਾ ਕੋਈ ਗੀਤ ਤਾਂ ਗਾ ਰਿਹਾ ਹੈ। ਜਿਹੜਾ ਗੀਤ ਗਾ ਰਿਹਾ ਉਹ ਹੈ ਵੀ ਨਾਮ ਹੈ, ਪਰ ਉਸ ਬਾਰੇ ਸਾਨੂੰ ਪਤਾ ਨਹੀਂ ਹੈ, ਤਾਂ ਉਸ ਦੀ ਥਾਂ 'ਤੇ ਅਸੀਂ ਸ਼ਬਦ ਕੋਈ ਵਰਤ ਦਿੱਤਾ। ਉਹ ਕੋਈ ਵੀ ਹੋ ਸਕਦਾ, ਲੜਕਾ ਵੀ ਹੋ ਸਕਦਾ ਹੈ, ਲੜਕੀ ਵੀ ਹੋ ਸਕਦੀ ਹੈ,
ਕੋਈ ਖਾਸ ਪਰਸਨ ਵੀ ਹੋ ਸਕਦਾ ਹੈ ਜਿਸ ਦੇ ਨਾਮ ਦਾ ਪਤਾ ਹੋਵੇ, ਪਰ ਕੋਈ ਪੱਕਾ ਪਤਾ ਨਹੀਂ ਕਿ ਕੌਣ ਹੈ, ਉਹਨਾਂ ਵਿੱਚ ਕੋਈ ਨਾ ਕੋਈ ਹੈ। ਤਾਂ ਅਸੀਂ ਜਿਹੜਾ ਕੋਈ ਸ਼ਬਦ ਹੈ ਉਹ ਵਰ ਦਿੱਤਾ, ਕਿਉਂਕਿ ਉਸ ਬਾਰੇ ਸਾਨੂੰ ਨਿਸ਼ਚੈ ਪੂਰਵਕ ਗਿਆਨ ਨਹੀਂ ਹੈ। ਤੇ ਜਿਹੜਾ ਕੋਈ ਸ਼ਬਦ ਹੈ ਉਹ ਅਨਿਸ਼ਚੈਵਾਚਕ ਪੜਨਾਮ ਦੀ ਸ਼੍ਰੇਣੀ ਅਧੀਨ ਆਏਗਾ। ਇਸ ਤਰ੍ਹਾਂ ਇੱਥੇ ਕਈ ਆਉਂਦੇ ਹਨ। ਹੁਣ ਇੱਥੇ ਕਈ ਆਉਂਦੇ ਹਨ, ਕਈਆਂ ਵਿੱਚ ਬਹੁਤ ਲੋਕ ਆ ਸਕਦੇ ਹਨ, ਲੋਕ ਵੀ ਆਉਂਦੇ ਹੋਣਗੇ, ਜਾਂ ਕਈ ਹੋਰ ਵੀ ਕਿਸੇ ਤਰ੍ਹਾਂ ਦੇ ਵਸਤੂਆਂ ਪਦਾਰਥ, ਕਿਸੇ ਤਰ੍ਹਾਂ ਦਾ ਵੀ ਜਾਨਵਰ ਪੰਛੀਆਂ ਦੇ ਬਾਰੇ ਵੀ ਗੱਲ ਕੀਤੀ ਜਾ ਸਕਦੀ ਹੈ। ਜਿਹੜੇ ਪਰ ਜੋ ਵੀ ਆਉਂਦੇ ਹਨ ਉਹ ਨਾਮ ਦੀ ਕਿਸਮ ਵਿੱਚ ਆਉਣਗੇ। ਤਾਂ ਨਾਮ ਦੀ ਥਾਂ 'ਤੇ ਅਸੀਂ ਕਈ ਸ਼ਬਦ ਲਾਤਾ, ਅਤੇ ਜਿਹੜਾ ਕਈ ਹੈ ਅਨਿਸ਼ਚੈਵਾਚਕ ਪੜਨਾਮ ਦੀ ਸ਼੍ਰੇਣੀ ਵਿੱਚ ਆਉਂਦਾ ਹੈ। 4 ਕਿਸਮਾਂ ਹੋ ਗਈਆਂ। ਤਾਂ ਇਸ ਤੋਂ ਅੱਗੇ ਅਸੀਂ ਪੜਨਾਮ ਦੀ 5ਵੀਂ ਕਿਸਮ ਕਰਾਂਗੇ, ਜਿਹੜਾ ਕਿ ਸੰਬੰਧਵਾਚਕ ਪੜਨਾਮ, ਜਿਸ ਤੋਂ ਬੱਚੋ ਸ਼ਬਦ ਤੋਂ ਹੀ ਪਤਾ ਲੱਗ ਰਿਹਾ ਕਿ ਸੰਬੰਧਵਾਚਕ ਪੜਨਾਮ ਜਿਹੜਾ ਹੈ ਉਹ ਸੰਬੰਧ ਪ੍ਰਗਟ ਕਰਨ ਵਾਸਤੇ ਵਰਤਿਆ ਜਾਂਦਾ ਹੋਏਗਾ। ਤਾਂ ਇਸ ਦੀ ਅਸੀਂ ਪਰਿਭਾਸ਼ਾ ਪੜ੍ਹਦੇ ਹਾਂ। ਜਿਹੜਾ ਸ਼ਬਦ ਨਾਮ ਸ਼ਬਦ ਦੀ ਥਾਂ 'ਤੇ ਵਰਤਿਆ ਜਾਵੇ ਅਤੇ ਯੋਜਕਾਂ ਵਾਂਗ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ, ਉਸ ਨੂੰ ਸੰਬੰਧਵਾਚਕ ਪੜਨਾਮ ਕਿਹਾ ਜਾਂਦਾ ਹੈ। ਇਹ ਤਾਂ ਪੱਕਾ ਪਤਾ ਹੈ ਕਿ ਜੋ ਵੀ ਪੜਨਾਮ ਆਉਂਦਾ ਹੈ ਉਹ ਨਾਮ ਦੀ ਥਾਂ 'ਤੇ ਵਰਤਿਆ ਜਾਵੇ, ਨਾਮ ਦੀ ਥਾਂ 'ਤੇ ਵਰਤਿਆ ਜਾਵੇ। ਨਾਲ ਹੀ ਯੋਜਕਾਂ ਵਾਂਗ ਯੋਜਕ ਜਿਹੜੇ ਹੁੰਦੇ ਨੇ ਉਹ ਜੋੜਨ ਵਾਸਤੇ ਕੰਮ ਆਉਂਦੇ ਹਨ। ਦੋ ਵਾਕਾਂ ਨੂੰ ਜਾਂ ਵਾਕੰਸ਼ਾਂ ਨੂੰ ਜੋੜਦੇ ਹਨ, ਉਹਨਾਂ ਨੂੰ ਯੋਜਕ ਕਹਿੰਦੇ ਹਨ। ਉਹ ਯੋਜਕ ਵਾਂਗ ਆ ਕੇ ਜੋੜੇ ਵੀ ਹੈ ਵੀ ਉਹ ਕੋਈ ਨਾ ਕੋਈ ਨਾਮ ਦੀ ਥਾਂ 'ਤੇ ਵਰਤਿਆ ਜਾਏਗਾ, ਪਰ ਇੱਕ ਯੋਜਕ ਦੀ ਤਰ੍ਹਾਂ 'ਤੇ ਵਾਕ ਨੂੰ ਆਪਸ ਵਿੱਚ ਜੋੜੇ ਵੀਗਾ, ਤਾਂ ਉਸ ਨੂੰ ਅਸੀਂ ਸੰਬੰਧਵਾਚਕ ਪੜਨਾਮ ਕਹਿੰਦੇ ਹਾਂ। ਜਿਵੇਂ ਉਦਾਹਰਨ ਲਿਖੀ ਹੋਈ ਹੈ, ਉਹ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ ਸੁਖੀ ਵਸਦੇ ਹਨ। ਹੁਣ ਜਿਹੜਾ ਜੋ ਸ਼ਬਦ ਹੈ ਉਹ ਲੋਕਾਂ ਵਾਸਤੇ ਵਰਤਿਆ ਗਿਆ ਹੈ, ਤਾਂ ਇਸ ਕਰਕੇ ਜਿਹੜਾ ਜੋ ਸ਼ਬਦ ਹੈ ਉਹ ਸੰਬੰਧਵਾਚਕ ਪੜਨਾਮ ਹੈ। ਇਹ ਨਾਮ ਦੀ ਥਾਂ 'ਤੇ ਵਰਤਿਆ ਗਿਆ ਅਤੇ ਨਾਲ ਨਾਲ ਦੋ ਸ਼ਬਦਾਂ ਨੂੰ ਵੀ ਆਪਸ ਵਿੱਚ ਜੋੜ ਰਿਹਾ ਹੈ। ਤਾਂ ਅਗਲਾ ਸ਼ਬਦ ਹੈ ਸ਼ਰਾਬੀ ਜਿਸ ਨੇ ਗੋਲੀਆਂ ਚਲਾਈਆਂ ਸਨ ਫੜਿਆ ਗਿਆ। ਤਾਂ ਜਿਹੜਾ ਜਿਸ ਨੇ ਸ਼ਬਦ ਹੈ ਉਹ ਉਸ ਸ਼ਰਾਬੀ ਵਾਸਤੇ ਵਰਤਿਆ ਗਿਆ ਹੈ ਕਿ ਉਹ ਸ਼ਰਾਬੀ ਜਿਸ ਨੇ ਗੋਲੀਆਂ ਚਲਾਈਆਂ ਸਨ। ਤਾਂ ਇਸ ਤਰ੍ਹਾਂ ਇਹ ਇੱਕ ਨਾਮ ਦੀ ਥਾਂ 'ਤੇ ਵਰਤਿਆ ਗਿਆ ਹੈ, ਅਤੇ ਨਾਲ ਹੀ ਨਾਲ ਇੱਕ ਯੋਜਕ ਦੀ ਥਾਂ 'ਤੇ ਵੀ ਇਸ ਨੇ ਕੰਮ ਕੀਤਾ। ਤਾਂ ਇਸ ਤਰ੍ਹਾਂ ਇਹ ਸੰਬੰਧਵਾਚਕ ਪੜਨਾਮ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਤਾਂ ਅੱਗੇ ਆਖਰੀ ਕਿਸਮ ਜਿਹੜੀ ਹੈ ਉਹ ਅਸੀਂ ਪੜ੍ਹਾਂਗੇ। 6ਵੀਂ ਕਿਸਮ ਹੈ ਪ੍ਰਸ਼ਨਵਾਚਕ ਪੜਨਾਮ। ਪ੍ਰਸ਼ਨਵਾਚਕ ਤੋਂ ਵੀ ਬੱਚੋ ਬਿਲਕੁਲ ਸਾਫ਼ ਹੋ ਰਿਹਾ ਹੈ ਕਿ ਇਹਨਾਂ ਵਾਕਾਂ ਦੇ ਵਿੱਚ ਜਿਹੜਾ ਪੜਨਾਮ ਹੁੰਦਾ ਹੈ ਉਹ ਇੱਕ ਪ੍ਰਸ਼ਨ ਪੁੱਛਣ ਦੇ ਕੰਮ ਹੁੰਦਾ ਹੈ। ਇਸ ਤਰ੍ਹਾਂ ਬਣ ਜਾਂਦਾ ਹੈ ਕਿ ਉਸ ਦੇ ਰਾਹੀਂ ਕੋਈ ਨਾ ਕੋਈ ਪ੍ਰਸ਼ਨ ਪੁੱਛਿਆ ਜਾਂਦਾ ਹੈ। ਇਸ ਦੀ ਅਸੀਂ ਪਰਿਭਾਸ਼ਾ ਪੜ੍ਹਾਂਗੇ। ਜਿਹੜਾ ਸ਼ਬਦ ਨਾਮ ਸ਼ਬਦ ਦੀ ਥਾਂ ਵਰਤਿਆ ਜਾਵੇ ਪਰ ਨਾਲ ਹੀ ਉਸ ਦੁਆਰਾ ਪੁੱਛ-ਗਿੱਛ ਕੀਤੀ ਜਾਵੇ, ਉਸ ਨੂੰ ਪ੍ਰਸ਼ਨਵਾਚਕ ਪੜਨਾਮ ਕਿਹਾ ਜਾਂਦਾ ਹੈ। ਵਰਤਿਆ ਤਾਂ ਨਾਮ ਦੀ ਥਾਂ 'ਤੇ ਜਾਵੇ, ਪਰ ਉਸ ਦੁਆਰਾ ਕੋਈ ਨਾ ਕੋਈ ਪੁੱਛ-ਗਿੱਛ ਕੀਤੀ ਜਾਵੇ, ਕੋਈ ਨਾ ਕੋਈ ਉਸ ਦੁਆਰਾ ਪ੍ਰਸ਼ਨ ਪੁੱਛਿਆ ਜਾਂਦਾ ਹੈ, ਅਤੇ ਜਿਸ ਲਈ ਉਹ ਸ਼ਬਦ ਵਰਤਿਆ ਜਾਂਦਾ ਹੈ। ਜਿਵੇਂ ਪਹਿਲੀ ਉਦਾਹਰਨ ਹੈ, ਕੌਣ ਸੌ ਰਿਹਾ ਹੈ। ਕਿਉਂਕਿ ਬੱਚੇ ਹੁਣ ਜਿਹੜਾ ਵੀ ਸੌ ਰਿਹਾ ਹੈ, ਜਿਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ, ਉਹ ਹੈ ਤਾਂ ਅਕਸਰ ਕੋਈ ਨਾ ਕੋਈ ਨਾਮ ਹੀ ਹੈ। ਕੋਈ ਪੁਰਖ ਹੋ ਸਕਦਾ ਹੈ, ਕੋਈ ਵੀ ਹੋ ਸਕਦਾ ਹੈ, ਪਸ਼ੂ ਜਾਨਵਰ ਵੀ ਹੋ ਸਕਦਾ ਜਿਸ ਬਾਰੇ ਗੱਲ ਕੀਤੀ ਜਾ ਰਹੀ ਹੈ, ਪਰ ਪੱਕਾ ਪਤਾ ਨਹੀਂ। ਤਾਂ ਇਸ ਕਰਕੇ ਕੌਣ ਸ਼ਬਦ ਵਰਤ ਦਿੱਤਾ ਗਿਆ ਹੈ ਕਿ ਉਸ ਬਾਰੇ ਦੱਸਿਆ ਜਾਵੇ ਕਿ ਉਹ ਕੌਣ ਹੈ। ਅਤੇ ਜਿਹੜਾ ਕੌਣ ਸ਼ਬਦ ਹੈ ਉਹ ਉਸ ਵਾਸਤੇ ਵਰਤਿਆ ਗਿਆ ਹੈ ਜਿਹੜਾ ਕਿ ਸੌ ਰਿਹਾ ਹੈ। ਤਾਂ ਇਸ ਤਰ੍ਹਾਂ ਜਿਹੜਾ ਕੌਣ ਸ਼ਬਦ ਹੈ ਉਹ ਪ੍ਰਸ਼ਨਵਾਚਕ ਪੜਨਾਮ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਅਗਲਾ ਗਲਾਸ ਕਿਸ ਨੇ ਤੋੜਿਆ। ਬੱਚਿਓ ਗਲਾਸ ਕਿਸ ਨੇ ਤੋੜਿਆ, ਇਸ ਵਾਕ ਵਿੱਚ ਜਿਹੜਾ ਸ਼ਬਦ ਕਿਸ ਨੇ ਹੈ, ਇਸ ਤੋਂ ਭਾਵ ਹੈ ਕਿ ਕਿਸੇ ਨਾ ਕਿਸੇ ਨੇ ਗਲਾਸ ਤੋੜਿਆ ਹੈ। ਉਸ ਨਾਮ ਜਿਹੜਾ ਉਹ ਨਾਮ ਹੈ ਉਸ ਬਾਰੇ ਗੱਲ ਕੀਤੀ ਗਈ ਹੈ, ਪਰ ਉਸ ਨਾਮ ਦਾ ਪਤਾ ਨਹੀਂ, ਜਿਸ ਕਰਕੇ ਉਸ ਦੀ ਥਾਂ 'ਤੇ ਕਿਸ ਨੇ ਸ਼ਬਦ ਵਰਤਿਆ ਗਿਆ ਹੈ। ਤਾਂ ਜਿਹੜਾ ਕਿਸ ਨੇ ਸ਼ਬਦ ਹੈ ਉਹ ਨਾਮ ਦੀ ਥਾਂ 'ਤੇ ਵੀ ਵਰਤਿਆ ਗਿਆ ਅਤੇ ਨਾਲ ਹੀ ਨਾਲ ਇੱਕ ਪ੍ਰਸ਼ਨ ਦੇ ਤੌਰ 'ਤੇ ਵੀ ਉਸ ਦੀ ਵਰਤੋਂ ਹੋਈ ਹੈ। ਤਾਂ ਇਸ ਕਰਕੇ ਇਹ ਪ੍ਰਸ਼ਨਵਾਚਕ ਪੜਨਾਮ ਹੈ। ਤਾਂ ਇਸ ਤੋਂ ਬੱਚਿਓ ਤੁਹਾਨੂੰ ਸਾਰੀਆਂ ਜਿਹੜੇ ਪੜਨਾਮ ਦੀਆਂ ਕਿਸਮਾਂ ਬਾਰੇ ਪਤਾ ਚੱਲ ਗਿਆ ਹੈ। ਚੰਗੀ ਤਰ੍ਹਾਂ ਧਿਆਨ ਨਾਲ ਇਸ ਨੂੰ ਸਮਝਣਾ ਹੈ। ਤਾਂ ਇਸ ਦੀ ਦੁਹਰਾਈ ਕਰਾਂਗੇ, ਜਿਹੜਾ ਕਿ ਤੁਸੀਂ ਇਹ ਜਿਹੜੇ ਪ੍ਰਸ਼ਨ ਕੁਝ ਨੇ 5 ਪ੍ਰਸ਼ਨ ਨੇ, ਇਹ ਬੱਚੋ ਤੁਸੀਂ ਆਪਣੀਆਂ ਕਾਪੀਆਂ 'ਤੇ ਕਰੋਗੇ। ਪਹਿਲਾ ਪ੍ਰਸ਼ਨ ਹੈ, ਪੜਨਾਮ ਦੀਆਂ ਕਿੰਨੀਆਂ ਕਿਸਮਾਂ ਹਨ। ਇਸ ਦਾ ਉੱਤਰ ਦੇਣਾ ਹੈ। ਇਸ ਦੀਆਂ ਕਿਸਮਾਂ ਵੀ ਤੁਸੀਂ ਲਿਖ ਦੇਣੀਆਂ ਹਨ। 6 ਕਿਸਮਾਂ ਲਿਖ ਕੇ ਉਸ ਦੀਆਂ ਜਿਹੜੀਆਂ 6 ਕਿਸਮਾਂ ਹਨ
ਉਹਨਾਂ ਬਾਰੇ ਲਿਖ ਦੇਣਾ ਹੈ, ਉਹਨਾਂ ਦੀ ਵਿਆਖਿਆ ਕਰਨ ਦੀ ਲੋੜ ਨਹੀਂ। ਉਸ ਤੋਂ ਅੱਗੇ ਦੂਸਰਾ, ਪੁਰਖਵਾਚਕ ਪੜਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ? ਤੁਹਾਨੂੰ ਦੱਸਿਆ ਹੀ ਹੈ ਕਿ 3 ਜਿਹੜੀਆਂ ਕਿਸਮਾਂ ਹਨ, ਉੱਤਮ ਪੁਰਖ, ਮੱਧਮ ਪੁਰਖ ਤੇ ਅਨਯ ਪੁਰਖ। ਤਾਂ ਉਸ ਤੋਂ ਤੀਸਰਾ ਪ੍ਰਸ਼ਨ ਹੈ, ਕੌਣ ਕਿਸ ਕਿਹੜੇ ਪੜਨਾਂਵ ਦੀਆਂ ਉਦਾਹਰਨਾਂ ਹਨ? ਇਹ ਤੁਹਾਨੂੰ ਵਿੱਚ ਦੱਸਿਆ ਗਿਆ ਹੈ। ਤਾਂ ਚੌਥਾ ਹੈ, ਇਹ ਮੁੰਡਾ ਸਿਆਣਾ ਹੈ। ਨਿਸ਼ਚੈਵਾਚਕ ਇਸ ਵਿੱਚ ਪੜਨਾਂਵ ਹੈ। ਇਸ ਵਾਕ ਦੇ ਵਿੱਚ ਇੱਕ ਨਿਸ਼ਚੈਵਾਚਕ ਪੜਨਾਂਵ ਛੁਪਿਆ ਹੈ, ਉਹ ਤੁਸੀਂ ਦੱਸਣਾ ਹੈ ਕਿ ਕਿਹੜਾ ਹੈ। ਤਾਂ ਇਸ ਤਰ੍ਹਾਂ ਦੇ ਪ੍ਰਸ਼ਨ ਬਹੁਤ ਪੇਪਰਾਂ ਦੇ ਵਿੱਚ ਵੀ ਪੁੱਛੇ ਜਾਂਦੇ ਹਨ, ਇਹ ਤੁਸੀਂ ਆਪਣੇ ਆਪ ਕਰਨਾ ਹੈ। ਉਸ ਤੋਂ ਬਾਅਦ ਆਖਰੀ ਪ੍ਰਸ਼ਨ ਹੈ, ਪੜਨਾਂਵ ਦੀ ਪਰਿਭਾਸ਼ਾ ਦਿਓ, ਉਦਾਹਰਨ ਵੀ ਦਿਓ। ਇਸ ਦੀ ਪਰਿਭਾਸ਼ਾ ਦੇਣੀ ਹੈ, ਉਸ ਤੋਂ ਬਾਅਦ ਉਸ ਦੀਆਂ ਉਦਾਹਰਨਾਂ ਲਿਖਣੀਆਂ ਹਨ, ਜਿਵੇਂ ਮੈਂ, ਅਸੀਂ, ਤੁਸੀਂ, ਉਹ, ਇਸ ਤਰ੍ਹਾਂ ਦੀਆਂ ਜੋ ਵੀ ਹਨ ਉਹ ਉਦਾਹਰਨਾਂ ਕੋਈ 5-4 ਲਿਖਣੀਆਂ ਹਨ ਅਤੇ ਪੜਨਾਂਵ ਦੀ ਪਰਿਭਾਸ਼ਾ ਦੇਣੀ ਹੈ। ਇਸ ਤਰ੍ਹਾਂ ਦੇ ਪ੍ਰਸ਼ਨ ਵੀ ਪੇਪਰ ਵਿੱਚ ਜ਼ਰੂਰ ਹੀ ਆਉਂਦੇ ਹਨ, ਜਿਹੜੇ ਕਿ ਪੜਨਾਂਵ ਦੀ ਪਰਿਭਾਸ਼ਾ, ਇਸ ਦੇ ਅਲੱਗ ਨੰਬਰ ਹੋਣਗੇ, ਉਦਾਹਰਨਾਂ ਦੇ ਅਲੱਗ ਨੰਬਰ ਹੋਣਗੇ। ਤਾਂ ਸਾਰਾ ਪੂਰਾ ਕੰਪਲੀਟ ਕਰਨਾ ਹੈ। ਤਾਂ ਇਸ ਤਰ੍ਹਾਂ ਬੱਚਿਓ ਤੁਸੀਂ ਦੇਖ ਸਕਦੇ ਹੋ, ਇਹ ਆਪਣਾ ਅੱਜ ਪੜਨਾਂਵ ਜਿਹੜਾ ਸੀ, ਪੜਨਾਂਵ ਅਤੇ ਉਸ ਦੀਆਂ ਕਿਸਮਾਂ, ਇਹ ਖਤਮ ਹੋ ਗਿਆ। ਥੈਂਕ ਯੂ।